ਵਾਰ 11ਵੀਂ पौड़ी 26ਵੀਂ 70 6ਵੀਂ ਤੇ 7ਵੀਂ। ਗੋਪੀ ਮਹਿਤਾ ਜਾਣੀਐ ਤੀਰਥ ਨੱਥਾ ਗੁਰ ਸਰਨਾਈ ਭਾਉ ਮੋਕਲ ਆਖੀਐ ਹੈ ਢਿੱਲੀ ਮੰਡਲ ਗੁਰਮਤਿ ਪਾਈ। ਭਾਈ ਗੁਰਦਾਸ ਜੀ ਨੇ ਗੋਪੀ ਮਹਿਤਾ ਜੀ ਜੋ ਗੁਰਸਿੱਖ ਕਹਿੰਦੇ ਜਾਣੇ ਜਾਂਦੇ ਸਨ ਭਾਈ ਤੀਰਥ ਜੀ ਨੱਥਾ ਗੁਰ ਸਰਨਾਈ ਜੋ ਤੀਜੇ ਭਾਈ ਨੱਥਾ ਜੀ ਜੋ ਗੁਰੂ ਦੀ ਸ਼ਰਨ ਵਿੱਚ ਆਉਣਾ ਕੀਤਾ। ਭਾਉ ਮੋਕੁਲ ਕਹਿਣਗੇ ਭਾਉ ਭਾਈ ਭਾਊ ਜੀ ਭਾਈ ਮੋਕਲ ਜੀ ਇਹਨਾਂ ਨੂੰ ਗੁਰਸਿੱਖ ਆਖੀਏ। ਢਿੱਲੀ ਮੰਡਲ ਗੁਰਮਤਿ ਪਾਈ ਤੇ ਇਹਨਾਂ ਨੇ ਜਿਹੜੀ ਹੈਨ ਗੁਰਸਿੱਖੀ ਨੂੰ ਪ੍ਰਾਪਤ ਕੀਤਾ ਤੇ ਇਹ ਗੁਰਮਤ ਦੇ ਵਿੱਚ ਇਹ ਪਰਪੱਕ ਹੋਏ। ਸੋ ਇੱਥੇ ਜਿਹੜਾ ਹੈ ਇਹਨਾਂ ਦੀ ਜਿਹੜੀ ਸਾਖੀ ਹੈ ਆਪਾਂ ਸ਼ਹੀਦ ਭਾਈ ਮਨੀ ਸਿੰਘ ਤੋਂ ਸੁਣੀਏ ਜਿਹੜੇ ਉਹਨਾਂ ਨੇ ਸਿੱਖਾਂ ਦੀ ਭਗਤਮਾਲਾ ਵਿੱਚ ਲਿਖੀ ਹੈ। ਭਾਈ ਗੋਪੀ ਮਹਿਤਾ ਤੇ ਭਾਈ ਤੀਰਥਾ ਭਾਈ ਨੱਥਾ ਤੇ ਭਾਈ ਭਾਊ ਮੋਕਲ ਤੇ ਭਾਈ ਢਿੱਲੀ ਮੰਡਲ ਗੁਰਾਂ ਦੀ ਸ਼ਰਨ ਆਏ। ਸੋ 5 ਗੁਰਸਿੱਖਾਂ ਦੇ ਨਾਂ ਜਿਹੜੇ ਹਨ ਭਾਈ ਗੋਪੀ ਜੋ ਮਹਿਤਾ ਸਨ ਗੋਤ ਦੇ ਤੇ ਭਾਈ ਤੀਰਥਾ ਜੀ ਤੇ ਤੀਜੇ ਭਾਈ ਨੱਥਾ ਜੀ ਤੇ ਚੌਥੇ ਸਨ ਭਾਈ ਭਾਊ ਜੀ ਤੇ ਮੋਕਲ ਇਹਨਾਂ ਦਾ ਜਿਹੜਾ ਗੋਤ ਹੈ ਤੇ ਅੱਗੇ ਭਾਈ ਢਿੱਲੀ ਮੰਡਲ ਜੀ। ਸੋ ਇਹ ਗੁਰੂ ਮਹਾਰਾਜ ਗੁਰੂ ਦੀ ਸ਼ਰਨ ਵਿੱਚ ਆਏ। ਉਹਨਾਂ ਅਰਦਾਸ ਕੀਤੀ ਜੀ ਸੱਚੇ ਪਾਤਸ਼ਾਹ। ਉਹਨਾਂ ਨੇ ਆ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਗੁਰੂ ਕੀ ਬਾਣੀ ਨੂੰ ਸੁਣ ਕੇ ਤੇ ਮਨ ਵਿੱਚ ਭੈ ਪ੍ਰਾਪਤ ਹੁੰਦਾ ਹੈ। ਮਹਾਰਾਜ ਗੁਰੂ ਦੀ ਬਾਣੀ ਨੂੰ ਪੜ੍ਹ ਕਰਕੇ ਸੁਣ ਕਰਕੇ ਪਾਤਸ਼ਾਹ ਜੀਓ ਮਨ ਵਿੱਚ ਭੈ ਆਉਂਦਾ ਹੈ ਡਰ ਆਉਂਦਾ ਹੈ ਕਿ ਸਾਡੇ ਤੋਂ ਕੋਈ ਪਾਪ ਨਾ ਹੋ ਜਾਵੇ। ਇਸ ਕਰਕੇ ਕਹਿੰਦੇ ਗੁਰੂ ਕੀ ਬਾਣੀ ਸੁਣ ਕੇ ਮਨ ਵਿੱਚ ਭੈ ਦੀ ਪ੍ਰਾਪਤੀ ਹੁੰਦੀ ਆ ਤੇ ਬਾਕੀ ਦੇ ਭੌ ਜਿਹੜੇ ਡਰ ਹਨ ਉਹ ਦੂਰ ਹੋ ਜਾਂਦੇ ਨੇ। ਇੱਕ ਪਰਮੇਸ਼ਰ ਦਾ ਭੈ ਆਉਂਦਾ ਹੈ ਇੱਕ ਰੱਬ ਤੋਂ ਹੀ ਡਰਨਾ ਸ਼ੁਰੂ ਕਰੀਦਾ ਹੈ ਤੇ ਸਾਰੇ ਡਰ ਛੱਡ ਕੇ ਇੱਕ ਪਰਮੇਸ਼ਰ ਦਾ ਡਰ ਅੰਦਰ ਰੱਖਣਾ। ਉਹ ਵੀ ਇਸ ਕਰਕੇ ਹੀ ਰੱਖਣਾ ਹੈ ਕਿ ਗੁਰੂ ਮਹਾਰਾਜ ਦੇ ਸਨਮੁਖ ਰਹਿਣਾ ਹੈ ਮਹਾਰਾਜ ਦੀ ਆਗਿਆ ਵਿੱਚ ਰਹਿਣਾ ਹੈ ਤੇ ਪਾਪਾਂ ਤੋਂ ਦੂਰ ਰਹਿਣਾ ਹੈ। ਤੇ ਪ੍ਰਿਥੀ ਮਲ ਤੇ ਮਹਾਦੇਵ ਤੇ ਹੋਰ ਸੋਢੀਆਂ ਬਾਣੀ ਕਰਕੇ ਵਿੱਚ ਗੁਰੂ ਨਾਨਕ ਜੀ ਦਾ ਭੋਗ ਪਾਇਆ। ਤੇ ਜਿਹੜੇ ਹਨ ਜਿਹੜੇ ਤੇ ਪ੍ਰਿਥੀ ਮਲ ਤੇ ਮਹਾਦੇਵ ਤੇ ਹੋਰ ਜਿਹੜੇ ਸੋਢੀ ਸਨ ਇਹ ਸਾਰੇ ਜਿਹੜੇ ਹਨ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਭਰਾਤਾ ਜੀ ਸਨ ਬਾਬਾ ਪ੍ਰਿਥੀ ਮਲ ਜੀ ਤੇ ਬਾਬਾ ਮਹਾਦੇਵ। ਇਹਨਾਂ ਦਾ ਨਾਮ ਬਾਬਾ ਪ੍ਰਿਥੀ ਚੰਦ ਵੀ ਆਉਂਦਾ ਹੈ ਬਾਬਾ ਪ੍ਰਿਥੀ ਮਲ ਵੀ ਆਉਂਦਾ ਹੈ। ਸੋ ਇਸ ਕਰਕੇ ਕਹਿੰਦੇ ਬਾਬਾ ਮਹਾਦੇਵ ਤੇ ਜਿਹੜੇ ਹਨ ਉਹਨਾਂ ਦਾ ਪੁੱਤਰ ਸੀ ਬਾਬਾ ਜਿਹੜਾ ਹੈ ਅੱਗੇ ਮਿਹਰਬਾਨ ਹੋਇਆ। ਸੋ ਇਹ ਸਾਰੇ ਜਿਹੜੇ ਹਨ ਕਹਿੰਦੇ ਉਹਨਾਂ ਦੇ ਹੋਰ ਸੋਢੀਆਂ ਹੋਰ ਵੀ ਬੜੇ ਸੋਢੀ ਹਨ ਜਿਹੜੇ ਗੁਰੂ ਘਰ ਦੇ ਨਾਲ ਜਿਹੜੇ ਹਨ ਉਹਨਾਂ ਦਾ ਰਿਸ਼ਤਾ ਹੈ। ਸੋ ਕਹਿੰਦੇ ਇਹ ਸਾਰੇ ਜਿਹੜੇ ਹਨ ਇਹਨਾਂ ਨੇ ਵੀ ਬਾਣੀ ਜਿਹੜੀ ਹੈ ਲਿਖੀ ਹੈ। ਇਹ ਜਿਹੜੀ ਜਦੋਂ ਇਹ ਲਿਖਦੇ ਹਨ ਇਹ ਨਾਂ ਨਾਨਕ ਦਾ ਹੀ ਵਰਤਦੇ ਹਨ। ਸੋ ਇਸ ਕਰਕੇ ਇਹ ਗੁਰਸਿੱਖਾਂ ਦੀ ਬੇਨਤੀ ਹੈ ਪਾਤਸ਼ਾਹ ਜੀ ਵੀ ਇਹ ਜਿਹੜੇ ਹਨ ਇਹ ਗੁਰੂ ਨਾਨਕ ਦੀ ਬਾਣੀ ਤਾਂ ਨਹੀਂ ਨਾ ਕਿਉਂਕਿ ਇਹਨਾਂ ਨੂੰ ਗੱਦੀ ਪ੍ਰਾਪਤ ਨਹੀਂ ਹੈ। ਭਾਵੇਂ ਇਹ ਗੁਰੂ ਦੇ ਮਹਾਰਾਜ ਦੇ ਸਾਹਿਬਜ਼ਾਦੇ ਹਨ ਪੋਤਰੇ ਹਨ ਪਰ ਇਹਨਾਂ ਨੂੰ ਗੁਰਗੱਦੀ ਪ੍ਰਾਪਤ ਨਹੀਂ ਤੇ ਗੁਰਬਾਣੀ ਤਾਂ ਸਿਰਫ ਗੁਰੂ ਹੀ ਉਚਾਰਨ ਕਰ ਸਕਦਾ ਹੈ ਨਾ। ਇਸ ਕਰਕੇ ਕਹਿੰਦੇ ਪਰ ਹੁਣ ਸਾਨੂੰ ਕਨਫਿਊਸ਼ਨ ਹੋ ਰਿਹਾ ਹੈ ਕਿਉਂਕਿ ਜਦੋਂ ਤੁਸੀਂ ਬਾਣੀ ਉਚਾਰਦੇ ਹੋ ਤੁਸੀਂ ਨਾਨਕ ਸ਼ਬਦ ਵਰਤਦੇ ਹੋ ਤੇ ਜਦੋਂ ਜਿਹੜਾ ਹਨ ਬਾਬਾ ਪ੍ਰੀਤੀ ਚੰਦ ਹੋਇਆ ਬਾਬਾ ਜਿਹੜੇ ਹਨ ਮਿਹਰਬਾਨ ਹੋਇਆ ਹੋਰ ਸਾਰੇ ਜਦੋਂ ਉਹ ਉਚਾਰਨ ਕਰਦੇ ਉਹ ਵੀ ਨਾਨਕ ਸ਼ਬਦ ਵਰਤਦੇ ਨੇ ਤੇ ਇਸ ਕਰਕੇ ਉਹਨਾਂ ਦੀਆਂ ਬਾਣੀਆਂ ਨੂੰ ਸੁਣ ਕੇ ਤੇ ਮਨ ਵਿੱਚ ਅਭਿਮਾਨ ਚਤੁਰਾਈ ਵੱਧਦੀ ਹੈ। ਦੇਖੋ ਜਦੋਂ ਅਸੀਂ ਇਹ ਗੱਲ ਐਕਸਪੀਰੀਅੰਸ ਕੀਤੀ ਹੈ ਸਿੱਖ ਕਹਿੰਦੇ ਜਦੋਂ ਵੀ ਅਸੀਂ ਬਾਬਾ ਮਿਹਰਬਾਨ ਦੀ ਜਾਂ ਬਾਬਾ ਪ੍ਰੀਤੀ ਚੰਦ ਦੀ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਸਾਡੇ ਅੰਦਰ ਹੰਕਾਰ ਵੱਧਦਾ ਹੈ ਨਾ ਕਿ ਜਿਹੜਾ ਹਨ ਪਿਆਰ ਵੱਧਦਾ ਹੈ ਸਾਡੇ ਅੰਦਰ ਹੰਕਾਰ ਵੱਧਦਾ ਹੈ ਨਾ ਕਿ ਪਰਮੇਸ਼ਰ ਦਾ ਭੈ ਆਉਂਦਾ ਹੈ। ਜਿਹੜੀ ਗੁਰਬਾਣੀ ਉਹਦੇ ਨਾਲ ਤਾਂ ਭੈ ਆਉਂਦਾ ਹੈ ਪਰ ਇਹਨਾਂ ਨੂੰ ਪੜ੍ਹ ਕੇ ਤਾਂ ਸਾਡੇ ਅੰਦਰ ਹੰਕਾਰ ਆਉਂਦਾ ਹੈ। ਤਾਂ ਬਚਨ ਹੋਇਆ ਭਾਈ ਗੁਰਦਾਸ ਹੁਣ ਤਾਂ ਸਿੱਖ ਬਾਣੀਆਂ ਨੂੰ ਜਾਣਦੇ ਹਨ। ਤਾਂ ਬਚਨ ਹੋਇਆ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ ਕਹਿੰਦੇ ਹੁਣ ਤਾਂ ਭਾਈ ਗੁਰਦਾਸ ਜੀ ਹਨ ਇਹਨਾਂ ਨੂੰ ਤਾਂ ਸਾਰਾ ਜਿਹੜਾ ਗਿਆਨ ਹੈ ਵੀ ਕਿਹੜੀ ਗੁਰੂ ਦੀ ਬਾਣੀ ਆ ਕਿਹੜੀ ਕੱਚੀ ਬਾਣੀ ਹੈ। ਸੋ ਕਹਿੰਦੇ ਇਹਨਾਂ ਨੂੰ ਤਾਂ ਸਾਰਾ ਗਿਆਨ ਹੈ ਵੀ ਜਿਹੜੀ ਸੱਚੀ ਬਾਣੀ ਕਿਹੜੀ ਹੈ ਤੇ ਜਿਹੜੀ ਬਾਣੀ ਹੋਰਾਂ ਨੇ ਉਚਾਰਨ ਕੀਤੀ ਉਹ ਕਿਹੜੀ ਹੈ। ਹੁਣ ਤਾਂ ਇਹ ਗਿਆਨ ਹੈ ਹੁਣ ਤਾਂ ਜਿਹੜਾ ਇਹਨਾਂ ਨੂੰ ਅੱਡ ਅੱਡ ਕਰਕੇ ਜਿਹੜਾ ਹੈ ਇਹਨਾਂ ਨੂੰ ਅੱਡ ਅੱਡ ਗੁਟਕਿਆਂ 'ਚ ਜਿਹੜਾ ਹਨ ਲਿਖਿਆ ਜਾ ਸਕਦਾ ਹੈ ਜਿਹੜੀ ਗੁਰੂ ਦੀ ਬਾਣੀ ਆ ਤੇ ਜਿਹੜੀ ਦੂਜੀ ਕੱਚੀ ਬਾਣੀ ਆ ਜਿਹੜੀ ਬਾਬਾ ਪ੍ਰੀਤੀ ਮਲ ਮਿਹਰਬਾਨ ਇਹਨੂੰ ਕੱਢਿਆ ਜਾ ਸਕਦਾ ਹੈ। ਤੇ ਅੱਗੇ ਜੋ ਹੋਵਣਗੇ ਸੋ ਪਛਾਣਨਗੇ ਨਹੀਂ। ਪਰ ਕਹਿੰਦੇ ਮਹਾਰਾਜ ਜਿਹੜੇ ਅੱਗੇ ਹੋਣਗੇ ਜਿਹੜੇ ਅੱਗੇ ਗੁਰਸਿੱਖ ਹੋਣਗੇ ਮਹਾਰਾਜ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਣਾ
ਵੀ ਕਿਹੜੀ ਸੱਚੀ ਬਾਣੀ ਹੈ, ਕਿਹੜੀ ਇਹਨਾਂ ਦੀ ਬਾਣੀ ਹੈ। ਇਹਨਾਂ ਵਿੱਚ ਜਿਹੜਾ ਡਿਫਰੈਂਸ ਜਿਹੜਾ ਹਨ ਗੁਰਸਿੱਖਾਂ ਨੂੰ ਨਹੀਂ ਪਤਾ ਲੱਗਣਾ ਜੋ ਗੁਰਾਂ ਦੀ ਬਾਣੀ ਕੌਣ ਹੈ, ਵੀ ਜੋ ਗੁਰਾਂ ਦੀ ਸੱਚੀ ਬਾਣੀ ਕਿਹੜੀ ਤੇ ਹੈ ਬਾਹਰ ਦੀ ਬਾਣੀ ਕੌਣ ਹੈ। ਤੇ ਇਹ ਬਾਹਰ ਦੀ ਬਾਣੀ ਕਿਹਾ, ਕੱਚੀ ਬਾਣੀ ਵੀ ਨਹੀਂ ਕਿਹਾ, ਕਹਿੰਦੇ ਬਾਹਰ ਦੀ ਬਾਣੀ ਹੈ ਜਿਹੜੀ ਬਾਹਰੋਂ ਲਿਖੀ ਹੋਈ ਹੈ ਬਾਬਾ ਪ੍ਰੀਤੀ ਚੰਦ ਜੀ ਮਿਹਰਬਾਨ ਨੇ। ਤਾਂ ਤੇ ਸਭ ਬਾਣੀਆਂ ਇਕੱਠੀਆਂ ਕਰਕੇ ਗ੍ਰੰਥ ਜੀ ਦੀ ਬੀੜ ਕੀਚੈ। ਤਾਂ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਪਰ ਉਪਕਾਰ ਕਰ ਦਿਓ ਕਿ ਆਪਣੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਸੱਚੀ ਬਾਣੀ ਜਾਂ ਤੁਹਾਡੀ ਜਿਹੜੀ ਬਾਣੀ ਹੈ ਸਾਰੇ ਗੁਰੂ ਸਾਹਿਬਾਨ ਦੀ ਇੱਕ ਪਾਸੇ ਇਕੱਠੀ ਕਰ ਲਈਏ, ਇਹ ਸਾਰੇ ਇੱਕ ਪਾਸੇ ਲਿਖ ਕੇ ਇੱਕ ਜਿਹੜਾ ਹੈ ਗ੍ਰੰਥ ਸਾਹਿਬ ਤਿਆਰ ਕਰ ਲਈਏ। ਅੱਖਰ ਪੀ ਗੁਰਮੁਖੀ ਸੁਗਮ ਕੀਚਨ, ਤੇ ਅੱਖਰ ਵੀ ਜਿਹੜੇ ਗੁਰਮੁਖੀ ਦੇ ਸੁਗਮ ਕੀਚੇ, ਕਹਿੰਦੇ ਕਿ ਸੁਖ ਜਿਹੜੇ ਹਨ ਚੰਗੇ, ਜਿਹੜੇ ਹਨ ਸੌਖੇ ਪੜ੍ਹਨੇ, ਜਿਹੜੀ ਹਨ ਚੰਗੀ ਲਿਖਾਈ ਦੇ ਵਿੱਚ ਇਹ ਗੁਰਬਾਣੀ ਦੁਬਾਰਾ ਲਿਖੀ ਜਾਵੇ ਇਕੱਠੀ ਕਰਕੇ, ਸਭ ਕਿਸੇ ਦੇ ਵਾਚਨ ਵਿੱਚ ਸੁਗਮ ਆਵਨ। ਹਾਂ ਤਾਂ ਕਰਕੇ ਸਾਰਿਆਂ ਦੇ ਪੜਨ ਵਿੱਚ ਸੁਗਮ ਹੋਵੇ, ਸੌਖੀ ਹੋਵੇ, ਹਰ ਇੱਕ ਤੋਂ ਪੜ੍ਹੀ ਜਾਵੇ। ਤਾਂ ਕੋਠੇ ਦੇ ਵਿੱਚ ਸਭੇ ਬਾਣੀਆਂ ਇਕੱਠੀਆਂ ਕੀਤੀਆਂ। ਤਾਂ ਜਿਹੜੀਆਂ ਹਨ ਇਹ ਬਾਣੀਆਂ ਜਿਹੜੀਆਂ ਸਨ ਸਾਰੀਆਂ ਇਕੱਠੀਆਂ ਕੀਤੀਆਂ ਪਈਆਂ ਸਨ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਤੱਕ। ਇਹ ਸਾਰੀਆਂ ਬਾਣੀਆਂ ਕੋਠਾ ਸਾਹਿਬ ਜੋ ਗੋਬਿੰਦਵਾਲ ਸਾਹਿਬ ਦੇ ਵਿੱਚ ਉੱਥੇ ਇਕੱਠੀਆਂ ਹੋਈਆਂ ਸਨ। ਤੇ ਭਾਈ ਗੁਰਦਾਸ ਨੂੰ ਬਚਨ ਹੋਇਆ, ਤੂੰ ਮੋਹਨ ਪਾਸੋਂ ਪੋਥੀਆਂ ਲੈ ਆਓ। ਤਾਂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਭਾਈ ਗੁਰਦਾਸ ਜੀ ਨੂੰ ਕਿ ਸਾਡੇ ਮਾਮਾ ਜੀ ਭਾਈ ਮੋਹਨ ਜੀ ਤੋਂ ਤੂੰ ਜਾ ਕੇ ਪੋਥੀਆਂ ਲੈ ਕੇ ਆਓ। ਜੋ ਗੁਰੂ ਅਮਰਦਾਸ ਮਹਾਰਾਜ ਜੀ ਆਪ ਦੇ ਕੇ ਗਏ ਸਨ ਬਾਬਾ ਮੋਹਨ ਜੀ ਨੂੰ ਸੰਭਾਲਣ ਵਾਸਤੇ, ਉਹ ਪੋਥੀਆਂ ਲੈ ਕੇ ਆਓ ਗੁਰਬਾਣੀ ਦੀਆਂ। ਤਾਂ ਭਾਈ ਗੁਰਦਾਸ ਕਹਿਆ, ਮਹਾਰਾਜ ਉਹ ਮੈਨੂੰ ਨਹੀਂ ਦੇਵਦੇ। ਤਾਂ ਭਾਈ ਗੁਰਦਾਸ ਜੀ ਨੂੰ ਕਿਹਾ, ਭਾਈ ਗੁਰਦਾਸ ਜੀ ਗਏ ਲੈਣ ਵਾਸਤੇ, ਬਾਬਾ ਬੁੱਢਾ ਜੀ ਵੀ ਗਏ। ਸੋ ਇਸ ਕਰਕੇ ਕਹਿੰਦੇ ਬਾਬਾ ਭਾਈ ਗੁਰਦਾਸ ਜੀ ਕਹਿੰਦੇ ਹੁਣ ਦੇਖੋ ਇਹ ਹੋਇਆ ਨਾ, ਕਿਉਂਕਿ ਭਾਈ ਗੁਰਦਾਸ ਵੀ ਗਏ, ਬਾਬਾ ਬੁੱਢਾ ਜੀ ਵੀ ਗਏ, ਤੇ ਕਿ ਭਾਈ ਗੁਰਦਾਸ ਜੀ ਨੇ ਕਿਹਾ ਕਿ ਮਹਾਰਾਜ ਉਹ ਸਾਨੂੰ ਇਹ ਪੋਥੀਆਂ ਨਹੀਂ ਦਿੰਦੇ, ਤੁਸੀਂ ਆਪ ਜਾਓਗੇ ਤਾਂ ਦੇਵਣਗੇ। ਤੇ ਭਾਈ ਗੁਰਦਾਸ ਜੀ ਕਹਿੰਦੇ ਅਸੀਂ ਜਾਣਦੇ ਹਾਂ ਉਹਨਾਂ ਨੇ ਸਾਨੂੰ ਇਹ ਪੋਥੀਆਂ ਨਹੀਂ ਦੇਣੀਆਂ। ਦੇਖੋ ਇਤਿਹਾਸ ਜਿਹੜਾ ਆਪਾਂ ਹੁਣ ਤੱਕ ਪੜ੍ਹਦੇ ਆਏ ਹਾਂ ਵੀ ਬਾਬਾ ਬੁੱਢਾ ਜੀ ਗਏ, ਭਾਈ ਗੁਰਦਾਸ ਜੀ ਗਏ, ਫਿਰ ਪੋਥੀਆਂ ਨਹੀਂ ਦਿੱਤੀਆਂ, ਫਿਰ ਗੁਰੂ ਅਰਜਨ ਦੇਵ ਜੀ ਗਏ। ਪਰ ਇੱਥੇ ਸ਼ਹੀਦ ਭਾਈ ਮਨੀ ਸਿੰਘ ਜੀ ਲਿਖਦੇ ਹਨ, ਕਹਿੰਦੇ ਭਾਈ ਗੁਰਦਾਸ ਨੇ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਨੂੰ ਕਹਿ ਦਿੱਤਾ ਕਿ ਮੈਂ ਬਾਬਾ ਮੋਹਨ ਨੂੰ ਜਾਣਦਾ ਹਾਂ, ਉਹਨਾਂ ਨੇ ਪੋਥੀਆਂ ਨਹੀਂ ਦੇਣੀਆਂ, ਜੇ ਤੁਸੀਂ ਆਪ ਜਾਓਗੇ ਤਾਂ ਤੁਹਾਨੂੰ ਪੋਥੀਆਂ ਮਿਲਣਗੀਆਂ। ਕਿਉਂਕਿ ਗੁਰੂ ਅਮਰਦਾਸ ਨੇ ਬਚਨ ਕੀਤਾ ਸੀਗਾ ਬਾਬਾ ਮੋਹਨ ਨੂੰ ਵੀ ਇਹ ਪੋਥੀਆਂ ਸਿਰਫ ਸਾਡੇ ਪੰਜਵੇਂ ਸਰੂਪ ਨੂੰ ਦੇਣੀਆਂ ਹਨ। ਜੋ ਸਾਡਾ ਪੰਜਵਾਂ ਸਰੂਪ ਆਊਗਾ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਇਹ ਪੋਥੀਆਂ ਦੇਣੀਆਂ ਹੈ। ਇਸ ਕਰਕੇ ਮਹਾਰਾਜ ਤੁਸੀਂ ਆਪ ਜਾਓਗੇ ਤਾਂ ਹੀ ਪੋਥੀਆਂ ਮਿਲਣਗੀਆਂ। ਤਾਂ ਸਾਹਿਬ ਆਪ ਗਏ। ਤਾਂ ਸਾਹਿਬ ਗੁਰੂ ਅਰਜਨ ਦੇਵ ਜੀ ਆਪ ਗਏ। ਜਾਂ ਮੋਹਨ ਸੁਣਿਆ ਤਾਂ ਚੁਬਾਰਾ ਬੰਦ ਕਰਕੇ ਅੰਦਰ ਬੈਠ ਰਿਹਾ। ਦੇਖੋ ਗੋਬਿੰਦਵਾਲ ਸਾਹਿਬ ਪਹੁੰਚੇ ਤਾਂ ਬਾਬਾ ਮੋਹਨ ਜੀ ਨੂੰ ਪਤਾ ਲੱਗਿਆ ਕਿ ਗੁਰੂ ਅਰਜਨ ਦੇਵ ਜੀ ਆਏ ਹਨ ਪੋਥੀਆਂ ਲੈਣ ਵਾਸਤੇ। ਉਹਨੇ ਕੀ ਕੀਤਾ, ਬਾਬਾ ਮੋਹਨ ਜੀ ਨੇ ਆਪਣੇ ਜਿਹੜੇ ਹਨ ਚੁਬਾਰੇ ਤੇ ਚੜ੍ਹ ਕੇ ਉੱਤੇ ਐਟਿਕ ਦੇ ਉੱਥੇ ਜਾ ਕੇ ਆਪਣੇ ਜਿਹੜੇ ਹਨ ਦਰਵਾਜ਼ੇ ਬੰਦ ਕਰ ਲਏ, ਲੌਕ ਕਰ ਲਿਆ ਆਪਣੇ ਆਪ ਨੂੰ ਅੰਦਰ। ਤਾਂ ਸਾਹਿਬ ਹੇਠ ਚੌਬਾਰੇ ਦੇ ਬੈਠ ਕਰ ਰਾਗ ਪਾਏ ਕਰ ਸ਼ਬਦ ਅਲਾਪਿਆ। ਤਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਉਸ ਗਲੀ ਤੇ ਬੈਠ ਗਏ। ਉਹ ਚੁਬਾਰੇ ਦੇ ਥੱਲੇ ਉਹ ਗਲੀ ਹੁੰਦੀ ਆ ਰਸਤਾ, ਸੋ ਜਿਹੜਾ ਹਨ ਪਾਥ, ਜਿਹੜਾ ਵਾਕਿੰਗ ਪਾਥ ਸੀਗਾ, ਉਹਦੇ ਉੱਤੇ ਹੀ ਮਹਾਰਾਜ ਜੀ ਬੈਠ ਕੇ ਪੁੰਜੇ ਬੈਠ ਕੇ ਮਹਾਰਾਜ ਨੇ ਉੱਥੇ ਬਹਿ ਕਰਕੇ ਜਿਹੜਾ ਹਨ ਆਪਣੇ ਹੱਥ ਵਿੱਚ ਸਰੰਦਾ ਲੈ ਕੇ ਮਹਾਰਾਜ ਨੇ ਕੀਰਤਨ ਕੀਤਾ। ਮਹਾਰਾਜ ਨੇ ਸ਼ਬਦ ਦਾ ਉਚਾਰਨ ਕੀਤਾ ਬਹਿ ਕੇ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਨ ਦਵਾਰ ਜੀਓ ਸੰਤ ਧਰਮਸਾਲਾ। ਧਰਮਸਾਲ ਅਪਾਰ ਦਇਆਰ ਠਾਕੁਰ ਸਦਾ ਕੀਰਤਨ ਗਾਵਹਿ। ਜਹ ਸਾਧ ਸੰਤ ਇਕੱਤਰ ਹੋਵਹਿ ਤਹਾਂ ਤੁਝਹਿ ਧਿਆਵਹਿ। ਕਰ ਦਇਆ ਮਇਆ ਦਇਆਲ ਸੁਆਮੀ ਹੋ ਦੀਨ ਕਿਰਪਾਰਾ। ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ। ਇਹ ਸ਼ਬਦ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਵਿੱਚ ਗੌੜੀ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਹੈ ਤੇ ਅੰਗ 248 ਅੰਗ ਤੇ ਹੈ। ਸੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਨੂੰ ਗਾਉਣਾ ਕੀਤਾ। ਜਾਂ ਪਹਿਲੀ ਪੌੜੀ ਗਾਵੀ ਤਾਂ ਮੋਹਨ ਚੌਬਾਰਾ ਖੋਲਿਆ। ਤਾਂ ਜਦੋਂ ਇਹ ਪਹਿਲੀ ਪੌੜੀ ਦਾ ਜਿਹੜਾ ਹੈ ਮਹਾਰਾਜ ਨੇ ਕੀਰਤਨ ਕੀਤਾ ਤਾਂ ਬਾਬਾ ਮੋਹਨ ਜੀ ਨੇ ਕੀ ਕੀਤਾ, ਆਪਣੇ ਜਿਹੜਾ ਹਨ ਚੁਬਾਰੇ ਦਾ ਜਿਹੜਾ ਦਰਵਾਜ਼ਾ ਲੌਕ ਕੀਤਾ ਸੀ ਨਾ, ਬੰਦ ਕੀਤਾ, ਉਹ ਖੋਲ ਦਿੱਤਾ। ਜਾਂ ਦੂਜੀ ਪੌੜੀ ਗਾਵੀ ਤਾਂ ਤਲੇ ਦਾ ਦਰਵਾਜ਼ਾ ਪੌੜੀਆਂ ਦਾ ਖੋਲਿਆ। ਤਾਂ ਫਿਰ ਜਦੋਂ ਦੂਜੀ ਪੌੜੀ ਪੜ੍ਹੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਗਾਈ ਤਾਂ ਉਹਨੇ ਪੌੜੀਆਂ ਤੋਂ ਥੱਲੇ ਆ ਕੇ ਚੁਬਾਰੇ ਤੋਂ ਥੱਲੇ ਉਹ ਜਿਹੜਾ ਰਸਤੇ ਜਿਹੜਾ ਪੌੜੀਆਂ ਦਾ ਦਰਵਾਜ਼ਾ ਸੀ ਜਾਂ ਸਟੈਕੇਸ ਦਾ ਦਰਵਾਜ਼ਾ ਸੀ ਉਹ ਵੀ ਖੋਲ ਦਿੱਤਾ ਕਿ। ਜਾਂ ਤੀਜੀ ਪੌੜੀ ਗਾਵੀ ਤਾਂ ਉੱਠ ਕੇ ਨਮਸਕਾਰ ਕੀਤੀ। ਤਾਂ ਜਦੋਂ ਤੀਜੀ ਪੌੜੀ ਗਾਈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ
ਜੀ ਨੇ ਬਾਬਾ ਮੋਹਨ ਜੀ ਨੇ ਆ ਕੇ ਨਮਸਕਾਰ ਕੀਤੀ ਗੁਰੂ ਅਰਜਨ ਦੇਵ ਜੀ ਨੂੰ। ਜਾਂ ਚੌਥੀ ਪੌੜੀ ਗਾਵੀ ਤਾਂ ਪੋਥੀਆਂ ਸਭੇ ਲੈ ਆਏ ਚਰਨੀ ਲਗਾ। ਤਾਂ ਜੋ ਚੌਥੀ ਪੌੜੀ ਗਾਈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਰੀਆਂ ਪੋਥੀਆਂ ਲਿਆ ਕੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਹੱਥੀਂ ਫੜਾਈਆਂ। ਤਾਂ ਸਾਹਿਬ ਪੋਥੀਆਂ ਸਭੇ ਇਕੱਠੀਆਂ ਕਰਕੇ ਭਾਈ ਗੁਰਦਾਸ ਦੇ ਹਵਾਲੇ ਕੀਤੀਆਂ। ਤਾਂ ਇਹ ਸਾਰੀਆਂ ਪੋਥੀਆਂ ਨੂੰ ਇਕੱਠੀਆਂ ਕਰਕੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੇ ਜਿਹੜਾ ਹਨ ਸੰਭਾਲਣ ਵਾਸਤੇ ਦਿੱਤੀਆਂ। ਗੁਰਮੁਖੀ ਅੱਖਰਾਂ ਵਿੱਚ ਗ੍ਰੰਥ ਜੀ ਲਿਖਿਆ। ਤੇ ਗੁਰਮੁਖੀ ਅੱਖਰਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਰਾਮਸਰ ਦੇ ਅਸਥਾਨ ਤੇ ਬਹਿ ਕਰਕੇ ਭਾਈ ਗੁਰਦਾਸ ਨੂੰ ਲਖਾਰੀ ਲਾ ਕੇ ਗੁਰਮੁਖੀ ਅੱਖਰਾਂ ਦੇ ਵਿੱਚ ਆਦਿ ਗ੍ਰੰਥ ਕੰਪਾਈਲਡ ਕੀਤਾ। ਤਾਂ ਕਬੀਰ ਆਦਿਕ ਸਭੇ ਭਗਤ ਭਾਈ ਗੁਰਦਾਸ ਨੂੰ ਆਨ ਦਰਸ਼ਨ ਦਿੱਤਾ। ਤਾਂ ਜਿਹੜੇ 15 ਭਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿਨ੍ਹਾਂ ਦੀ ਬਾਣੀ ਹੈ ਉਹਨਾਂ ਦੇ ਵਿੱਚੋਂ ਕਬੀਰ ਸਾਹਿਬ ਤੇ ਅਥਵਾ ਜਿਹੜੇ ਜਿੰਨੇ ਵੀ ਹੋਰ 14 ਭਗਤ ਸਾਰੇ ਸਨ ਉਹ ਆ ਕੇ ਭਾਈ ਗੁਰਦਾਸ ਜੀ ਨੂੰ ਆ ਕੇ ਮਿਲੇ, ਦਰਸ਼ਨ ਦਿੱਤੇ। ਜੋ ਇਹੋ ਪੰਜਵਾ ਵੇਦ ਕਲਯੁਗ ਵਿੱਚ ਹੋਇਆ ਹੈ। ਤੇ 15 ਹੀ ਭਗਤਾਂ ਨੇ ਬੇਨਤੀ ਕੀਤੀ ਕਿ ਇਹ ਪੰਜਵਾਂ ਵੇਦ ਹੋਇਆ ਹੈ ਕਲਯੁਗ ਦੇ ਵਿੱਚ। ਹੁਣ ਤੱਕ 4 ਵੇਦ ਸਨ, ਕਹਿੰਦੇ ਇਹ ਪੰਜਵਾਂ ਵੇਦ ਅੱਜ ਗੁਰੂ ਅਰਜਨ ਦੇਵ ਜੀ ਤਿਆਰ ਕਰ ਰਹੇ ਹਨ। ਸਾਡੀਆਂ ਵੀ ਬਾਣੀਆਂ ਸਾਖ ਵਾਸਤੇ ਚੜਾਓ। ਕਹਿੰਦੇ ਕਿ ਸਾਡੀਆਂ ਵੀ ਬਾਣੀਆਂ ਚੜਾਓ ਇਸ ਗ੍ਰੰਥ ਦੇ ਵਿੱਚ, ਜਿਹਦੇ ਕਰਕੇ ਸਾਡੀ ਬਾਣੀ ਵੀ ਇਸ ਮਹਾਨ ਗ੍ਰੰਥ ਦਾ ਹਿੱਸਾ ਬਣਨ। ਜੋ ਸਾਡੇ ਪੰਥ ਵੱਲ ਆਉਂਦਾ ਹੈ ਉਹਨਾਂ ਦਾ ਵੀ ਕਲਿਆਣ ਹੋਵੇ। ਕਿਉਂ ਭਗਤਾਂ ਨੇ ਐਸੀ ਬੇਨਤੀ ਕੀਤੀ? ਕਹਿੰਦੇ ਦੇਖੋ ਸਾਡੇ ਵੀ ਫੋਲੋਅਰਸ ਹਨ, ਸਾਨੂੰ ਵੀ ਕੋਈ ਮੰਨਣ ਵਾਲੇ ਹਨ, ਤੇ ਕਹਿੰਦੇ ਅਸੀਂ ਚਾਹੁੰਦੇ ਹਾਂ ਜੇ ਸਾਡੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਜਾਏਗੀ, ਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਚੜਾਉਣਗੇ, ਤਾਂ ਜਿਹੜੇ ਲੋਕ ਸਾਨੂੰ ਮੰਨਦੇ ਹਨ ਉਹਨਾਂ ਦੀ ਵੀ ਕਲਿਆਣ ਮੁਕਤੀ ਹੋਵੇਗੀ, ਕਿਉਂਕਿ ਗੁਰੂ ਸਮਰੱਥ ਹੈ ਉਹਨਾਂ ਦੀ ਮੁਕਤੀ ਕਰਨ ਵਾਸਤੇ। ਸੋ ਜਿਹੜੇ ਕਬੀਰ ਪੰਥੀ ਨੇ, ਹੋਰ ਨੇ ਸਾਰੇ, ਫਰੀਦ ਜੀ ਦੇ ਚੇਲੇ ਹਨ, ਕਹਿੰਦੇ ਉਹ ਸਾਰੇ ਜਿਹੜੇ ਹਨ ਬਾਣੀ ਜਦੋਂ ਗੁਰੂ ਅਰਜਨ ਦੇਵ ਜੀ ਕਬੂਲ ਕਰਨਗੇ, ਉਹਨੂੰ ਜਿਹੜਾ ਹਨ ਤੁਰਕੀ ਬਾਣੀ ਦਾ ਦਰਜਾ ਦੇਣਗੇ, ਤਾਂ ਸਾਡੇ ਵੀ ਜਿਹੜੇ ਚੇਲਿਆਂ ਦੀ ਕਲਿਆਣ ਹੋਵੇਗੀ। ਤਾਂ ਭਾਈ ਗੁਰਦਾਸ ਗੁਰੂ ਕੇ ਹਜ਼ੂਰ ਅਰਦਾਸ ਕੀਤੀ। ਉਸ ਵੇਲੇ ਭਾਈ ਗੁਰਦਾਸ ਨੇ ਇਹ ਬੇਨਤੀ ਭਗਤਾਂ ਦੀ ਸੁਣ ਕੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਦੇ ਅੱਗੇ ਆ ਕੇ ਅਰਦਾਸ ਕੀਤੀ। ਤਾਂ ਬਚਨ ਹੋਇਆ ਉਹਨਾਂ ਦੀਆਂ ਰਸਨਾ ਥੀ 9 ਬਾਣੀਆਂ ਉਚਾਰ ਕਰਵਾਏ ਕੈ। ਤਾਂ ਮਹਾਰਾਜ ਨੇ ਜਿਹੜਾ ਹਨ ਇਹ ਬੇਨਤੀ ਨੂੰ ਕਬੂਲ ਕੀਤਾ। ਪਾਤਸ਼ਾਹ ਜੀ ਨੇ ਕਿਹਾ ਕਿ ਬਚਨ ਕੀਤਾ ਕਿ ਉਹਨਾਂ ਦੀਆਂ ਰਸਨਾ ਤੋਂ ਨਵੀਂ ਬਾਣੀ ਉਚਾਰਨ ਕਹੋ। ਉਹਨਾਂ ਨੂੰ ਹੁਣ ਕਹੋ ਜਿਹੜੀ ਪਿਛਲੀ ਉਹਨਾਂ ਨੇ ਬਾਣੀ ਜਿਹੜੀ ਲਿਖ ਦਿੱਤੀ ਉਹਨਾਂ ਦੀ ਬਾਣੀ ਜਿਹੜੀ ਪਿਛਲੀ ਹੈ ਉਹ ਰਹਿਣ ਦਿਓ, ਹੁਣ ਨਵੀਂ ਉਚਾਰੋ, ਸਾਡੀ ਹਜ਼ੂਰੀ 'ਚ ਬਹਿ ਕੇ ਉਚਾਰੋ, ਤੇ ਹੁਣ ਜਿਹੜੀ ਹੈ ਨਵੀਂ ਬਾਣੀ ਦਾ ਉਚਾਰਨ ਕਰੋ। ਉਹ ਬਾਣੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਹੈ ਚੜਾਈ ਜਾਵੇਗੀ। ਸੋ ਇਸ ਕਰਕੇ ਉਹਨਾਂ ਨੂੰ ਨਵੀਂ ਬਾਣੀ ਉਹਨਾਂ ਤੋਂ ਉਚਾਰਨ ਕਰਵਾਈ। ਚੜਾਵਣੀਆਂ ਤੇ ਗ੍ਰੰਥ ਜੀ ਦਾ ਭੋਗ ਪਾਵਣਾ। ਤੇ ਕਹਿੰਦੇ ਉਹਨਾਂ ਬਾਣੀਆਂ ਨੂੰ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਨੇ ਚੜਾਇਆ, ਤੇ ਫਿਰ ਉਹੀ ਬਾਣੀਆਂ ਜਿਹੜੀਆਂ ਹਨ ਜਿਹਨਾਂ ਚੜਾ ਕਰਕੇ ਆਦਿ ਗ੍ਰੰਥ ਜੀ ਨੂੰ ਸੰਪੂਰਨ ਕੀਤਾ, ਕੰਪਲੀਟ ਕੀਤਾ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਜਹਾਜ਼ ਆਪਾਂ ਨੂੰ ਬਖਸ਼ਿਸ਼ ਕੀਤਾ, ਜਿਨ੍ਹਾਂ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ 1604 ਵਿੱਚ ਹੋਇਆ। ਇਸ ਪ੍ਰਕਾਰ ਕਰਕੇ ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖਾਂ ਦੀ ਬੇਨਤੀ ਨੂੰ ਮੰਨ ਕਰਕੇ ਇਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਆਪਣੇ ਗੁਰੂ ਹਨ ਜਿਹੜੇ ਹਨ ਆਪਾਂ ਕਹਿੰਦੇ ਹਾਂ ਜਿਹੜਾ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਪ੍ਰਗਟ ਗ੍ਰੰਥ ਕੀ ਦੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਜਿਹੜਾ ਹੈ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਆਪਣੇ ਗੁਰੂ ਹਨ। ਭੁਲੇਖੇ ਵਿੱਚ ਨਹੀਂ ਪੈਣਾ, ਜਿੰਨੀ ਵੀ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਸਕੇ, ਕਿਉਂਕਿ 10 ਪਾਤਸ਼ਾਹਾਂ ਦੇ ਆਪਣਾ ਸਰੂਪ ਹੈ। ਹੁਣ ਦਾ ਸਰੂਪ ਉਹੀ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਹਨ ਕਿਤੇ ਇਹ ਨਹੀਂ ਕਹਿਣਾ ਅਸੀਂ ਸ਼ਬਦ ਗੁਰੂ ਨੂੰ ਮੰਨਦੇ ਹਾਂ ਜੀ, ਹਾਂਜੀ ਮਹਾਰਾਜ ਦਾ ਜਿਹੜਾ ਸਤਿਕਾਰ ਕਰਨਾ ਜ਼ਰੂਰੀ ਹੈ ਜੀ, ਮੱਥਾ ਟੇਕਣਾ ਕਿਉਂ ਜ਼ਰੂਰੀ ਹੈ ਜੀ, ਇਹ ਗੱਲਾਂ ਨਹੀਂ ਕਰਨੀਆਂ। ਜਦੋਂ ਤੱਕ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਆਪਾਂ ਸਿੱਖ ਹੀ ਨਹੀਂ ਹਾਂ। ਸਿੱਖ ਉਹੀ ਹੈ ਜੋ ਗੁਰੂ ਤੇ ਡਾਊਟ ਨਾ ਕਰੇ ਤੇ ਗੁਰੂ ਦੀ ਸੇਵਾ ਜਿਹੜਾ ਹੈ ਉਹਦੇ ਵਿੱਚ ਕੋਈ ਕਸਰ ਨਾ ਛੱਡੇ। ਸੋ ਇਸ ਤਰ੍ਹਾਂ ਕਰਕੇ ਆਪਾਂ ਸੇਵਾ ਕਰਨੀ ਹੈ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਗੋਪੀ ਮਹਿਤਾ ਜਾਣੀਐ ਤੀਰਥ ਨੱਥਾ ਗੁਰ ਸਰਨਾਈ। ਵਾਹਿਗੁਰੂ ਜੀ ਭਾਉ ਮੋਕਲ ਆਖੀਆ ਹੈ ਢਿੱਲੀ ਮੰਡਲ ਗੁਰਮਤਿ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।